हाँ जी प्यारे विद्यार्थियों, प्यार भरी सत श्री अकाल। अज असी चौथी जमात का पाठ नंबर 1 भाषा ਅਤੇ व्याकरण करन जा रहे हाँ। इस पाठ ਦੇ ਵਿੱਚ बेटा ਅਸੀਂ सब तो पहला जाणांगे भाषा बारे कि भाषा की हुंदी है। उस तो बाद ਅਸੀਂ पढ़ांगे कि व्याकरण की हुंदा है। पहला गल करते हैं भाषा की कि भाषा हुंदी की है। भाषा बेटा एक ऐसा साधन है, एक अजिहा साधन है जिहदे राहीं ਅਸੀਂ ਆਪਣੇ ਮਨ ਦੇ ਵਿਚਾਰ ਹੈ ਜਿਹੜੇ ਦੂਜਿਆਂ ਨਾਲ ਸਾਂਝੇ ਕਰਦੇ ਹਾਂ। ਆਪਣੇ ਮਨ ਦੇ ਵਿਚਾਰ ਤੁਸੀਂ ਦੇਖੋ ਆਪਾਂ ਕਿੰਨੇ ਤਰੀਕੇ ਨਾਲ ਸਾਂਝੇ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਕਿਸੇ ਨੂੰ ਬੋਲ ਕੇ ਆਪਣੀ ਗੱਲ ਦੱਸਦੇ ਹਾਂ ਜਾਂ ਲਿਖ ਕੇ ਦੱਸਦੇ ਹਾਂ, ਅਤੇ ਕਈ ਵਾਰੀ ਗੱਲ ਹੈ ਜਿਹੜੀ ਅਸੀਂ ਇੱਕ ਦੂਜੇ ਨੂੰ ਇਸ਼ਾਰਾ ਕਰਕੇ ਵੀ ਸਮਝਾਉਂਦੇ, ਠੀਕ ਹੈ। ਪਰ ਇਸ਼ਾਰਿਆਂ ਦੇ ਵਿੱਚ ਅਸੀਂ ਹਰ ਗੱਲ ਨਹੀਂ ਸਮਝਾ ਸਕਦੇ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਕਿ ਹਰ ਗੱਲ ਨੂੰ ਅਸੀਂ ਇਸ਼ਾਰੇ ਨਾਲ ਨਹੀਂ ਸਮਝਾ ਸਕਦੇ। ਇਸ ਕਰਕੇ ਜਿਹੜੀ ਸੰਕੇਤਕ ਭਾਸ਼ਾ ਹੈ ਜਾਂ ਇਸ਼ਾਰਿਆਂ ਵਾਲੀ ਭਾਸ਼ਾ ਹੈ ਜਿਹੜੀ, ਉਹਨੂੰ ਅਸੀਂ ਭਾਸ਼ਾ ਦਾ ਮਿਆਰੀ ਰੂਪ ਨਹੀਂ ਮੰਨਦੇ। ਵਿਆਕਰਨ ਦੇ ਵਿੱਚ ਅਸੀਂ ਉਹਨੂੰ ਮਿਆਰੀ ਰੂਪ ਦੇ ਵਿੱਚ ਨਹੀਂ ਲਿਆਉਂਦੇ। ਇਸ ਕਰਕੇ ਭਾਸ਼ਾ ਦੇ ਸਿਰਫ 2 ਹੀ ਰੂਪ ਅਸੀਂ ਮੁੱਖ ਰੂਪ ਵਿੱਚ ਵਰਤਦੇ ਹਾਂ, ਜਾਂ ਤਾਂ ਬੋਲ ਕੇ ਆਪਣੀ ਹਰ ਗੱਲ ਅਸੀਂ ਦੱਸਦੇ ਹਾਂ ਜਾਂ ਲਿਖ ਕੇ, ਠੀਕ ਹੈ ਨਾ। ਬੋਲ ਕੇ ਅਸੀਂ ਕੋਈ ਵੀ ਸਾਡੇ ਮਨ ਦਾ ਵਿਚਾਰ ਬੋਲ ਕੇ ਵੀ ਦੱਸ ਸਕਦੇ ਹਾਂ ਅਤੇ ਉਹਨੂੰ ਲਿਖ ਕੇ ਵੀ ਦੱਸ ਸਕਦੇ ਹਾਂ। ਤਾਂ ਇਸ ਤੋਂ ਬਾਅਦ ਬੇਟਾ ਪਾਠ ਸ਼ੁਰੂ ਕਰਦੇ ਹਾਂ। ਪਾਠ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਦਾਦੀ ਮਾਂ ਬੈਠੀ ਹੈ, ਉਹਦੇ ਆਲੇ ਦੁਆਲੇ ਬੱਚੇ ਬੈਠੇ ਹੈ। ਤਾਂ ਹੋ ਸਕਦਾ ਦਾਦੀ ਮਾਂ ਬੱਚਿਆਂ ਨੂੰ ਕੀ ਸੁਣਾ ਰਹੇ ਹੈ? ਕਹਾਣੀ ਸੁਣਾ ਰਹੇ ਹੈ। ਤਾਂ ਕਿਹੜੀ ਭਾਸ਼ਾ ਦੀ ਵਰਤੋਂ ਕਰ ਰਹੇ ਹੈ? ਬੋਲ ਰਹੇ ਹੈ, ਬੋਲ ਕੇ ਸੁਣਾ ਰਹੇ ਹੈ ਕਹਾਣੀ। ਉਸ ਤੋਂ ਬਾਅਦ ਇੱਕ ਬੱਚਾ ਬੈਠਾ ਕੰਪਿਊਟਰ 'ਤੇ, ਉਹ ਈਮੇਲ ਲਿਖ ਰਿਹਾ ਹੈ ਜਾਂ ਕੋਈ ਵੀ ਮਤਲਬ ਲੈਟਰ ਲਿਖ ਰਿਹਾ, ਕੁਛ ਵੀ ਲਿਖ ਰਿਹਾ ਹੈ। ਤਾਂ ਉੱਥੇ ਉਹ ਕਿਹੜੀ ਭਾਸ਼ਾ ਦੀ ਵਰਤੋਂ ਕਰ ਰਿਹਾ? ਲਿਖਤੀ ਰੂਪ ਦੀ। ਤਾਂ ਇਸ ਤਰ੍ਹਾਂ ਨਾਲ ਬੇਟਾ ਸਭ ਤੋਂ ਪਹਿਲਾਂ ਅਸੀਂ ਕੀ ਸਿੱਖਿਆ ਕਿ ਭਾਸ਼ਾ ਕੀ ਹੈ? ਐਸਾ ਸਾਧਨ ਹੈ ਸੰਚਾਰ ਦਾ। ਸੰਚਾਰ ਮਤਲਬ ਗੱਲਬਾਤ ਕਰਨ ਦਾ ਐਸਾ ਸਾਧਨ ਹੈ ਜਿਸ ਨਾਲ ਅਸੀਂ ਆਪਣੇ ਮਨ ਦੇ ਵਿਚਾਰ ਦੂਜਿਆਂ ਨਾਲ ਸਾਂਝੇ ਕਰ ਸਕਦੇ ਹਾਂ, ਆਪਣੇ ਮਨ ਦੀ ਗੱਲ ਦੂਜੇ ਨੂੰ ਦੱਸ ਸਕਦੇ ਹਾਂ। ਤਾਂ ਭਾਸ਼ਾ ਦੇ 2 ਰੂਪ ਇਹਨਾਂ ਨੇ ਸਾਨੂੰ ਦੱਸੇ ਹੈ। 2 ਰੂਪ ਪਹਿਲਾਂ ਹੀ ਮੈਂ ਤੁਹਾਨੂੰ ਤਸਵੀਰ ਰਾਹੀਂ ਸਮਝਾ ਚੁੱਕੀ ਹਾਂ ਕਿ ਪਹਿਲਾ ਰੂਪ ਕਿਹੜਾ ਹੈ? ਮੌਖਿਕ ਜਾਂ ਬੋਲਚਾਲ ਦੀ ਭਾਸ਼ਾ। ਦੂਜਾ ਕਿਹੜਾ? ਲਿਖਤੀ ਭਾਸ਼ਾ। ਮੌਖਿਕ ਭਾਸ਼ਾ ਕੀ ਹੁੰਦੀ ਹੈ ਬੇਟਾ? ਜਿਵੇਂ ਕਿ ਨਾਮ ਤੋਂ ਹੀ ਸਾਨੂੰ ਕਲੀਅਰ ਹੋ ਗਿਆ, ਜਿਹੜੀ ਭਾਸ਼ਾ ਵਿੱਚ ਅਸੀਂ ਬੋਲ ਕੇ ਆਪਣੇ ਮਨ ਦੀ ਗੱਲ ਦੂਜੇ ਨੂੰ ਸਮਝਾਉਂਦੇ ਹਾਂ ਉਹਨੂੰ ਕੀ ਕਹਿੰਦੇ ਆ? ਮੌਖਿਕ ਭਾਸ਼ਾ। ਜਿਵੇਂ ਕਿ ਇਹਦੇ ਵਿੱਚ ਇੱਕ ਤਸਵੀਰ ਦਿੱਤੀ ਆ, ਤਸਵੀਰ ਦੇ ਵਿੱਚ 2 ਆਦਮੀ ਹੈ ਜਿਹੜੇ ਉਹ ਆਪਸ ਵਿੱਚ ਗੱਲਾਂ ਕਰ ਰਹੇ ਆ, ਅਤੇ ਕਿਹੜੀ ਭਾਸ਼ਾ ਦੀ ਵਰਤੋਂ ਕਰ ਰਹੇ ਆ ਬੇਟਾ? ਉਹ ਮੌਖਿਕ ਭਾਸ਼ਾ ਦੀ ਵਰਤੋਂ ਕਰ ਰਹੇ ਆ। ਉਸ ਤੋਂ ਬਾਅਦ ਅਗਲੀ ਭਾਸ਼ਾ ਦਾ ਰੂਪ ਕਿਹੜਾ ਹੈਗਾ? ਲਿਖਤੀ ਭਾਸ਼ਾ। ਲਿਖਤੀ ਭਾਸ਼ਾ ਦੇ ਵਿੱਚ ਕੀ ਹੁੰਦਾ? ਜਦੋਂ ਅਸੀਂ ਆਪਣੀ ਗੱਲ ਜਾਂ ਆਪਣੀ ਰਾਏ ਜਾਂ ਜੋ ਵੀ ਆਪਣੇ ਵਿਚਾਰ ਹੈ ਲਿਖ ਕੇ ਦੱਸਦੇ ਹਾਂ ਕਿਸੇ ਨੂੰ, ਤਾਂ ਉਹਨੂੰ ਕਿਹੜੀ ਭਾਸ਼ਾ ਕਹਿੰਦੇ ਨੇ ਅਸੀਂ? ਲਿਖਤੀ ਭਾਸ਼ਾ। ਤਾਂ ਇੱਥੇ ਇੱਕ ਤਸਵੀਰ ਦਿੱਤੀ ਗਈ ਹੈ, ਇਹਦੇ ਵਿੱਚ ਸਾਹਮਣੇ ਡਾਕਟਰ ਬੈਠਾ ਕੁਛ ਲਿਖ ਰਹੇ ਆ, ਲਿਖ ਕੇ ਕਿਸੇ ਮਰੀਜ਼ ਦੀ ਹੋ ਸਕਦਾ ਦਵਾਈ ਲਿਖ ਰਹੇ ਹੋਣ, ਤਾਂ ਉਹ ਆਪਣੀ ਗੱਲ ਕਿਸ ਤਰ੍ਹਾਂ ਦੱਸ ਰਹੇ ਹੈ? ਲਿਖ ਕੇ ਦੱਸ ਰਹੇ ਹੈ। ਤਾਂ ਇਹ ਕਿਹੜੀ ਭਾਸ਼ਾ ਹੋ ਗਈ? ਲਿਖਤੀ ਭਾਸ਼ਾ। ਤਾਂ ਉਮੀਦ ਹੈ ਬੇਟਾ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਭਾਸ਼ਾ ਕੀ ਹੁੰਦੀ ਹੈ। ਸਾਡੇ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਨ ਦਾ ਇੱਕ ਐਸਾ ਸਾਧਨ ਹੈ ਜਿਹਦੇ ਵਿੱਚ ਅਸੀਂ ਕੀ ਆਪਣੇ ਵਿਚਾਰ ਹੈ ਜਿਹੜੇ ਬੋਲ ਕੇ ਜਾਂ ਲਿਖ ਕੇ ਦੂਜੇ ਨਾਲ ਸਾਂਝੇ ਕਰਦੇ ਹਾਂ। ਭਾਸ਼ਾ ਦੇ 2 ਰੂਪ ਕਿਹੜੇ ਆ? ਮੌਖਿਕ ਭਾਸ਼ਾ ਜਾਂ ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ। ਉਸ ਤੋਂ ਬਾਅਦ ਗੱਲ ਕੀਤੀ ਜਾਂਦੀ ਹੈ ਬੇਟਾ ਭਾਰਤ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ। ਭਾਰਤ ਵਿੱਚ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ? ਭਾਰਤ ਦੇ ਵਿੱਚ ਬੇਟਾ ਕੁੱਲ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਸਾਡੇ ਭਾਰਤ ਦੇ ਵਿੱਚ ਬਹੁਤ ਵੱਡਾ ਦੇਸ਼ ਹੈ, ਇਹਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪਰ ਮਾਨਤਾ ਕਿਹਨੂੰ ਪ੍ਰਾਪਤ ਹੈ? 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਤਾਂ ਇਹ ਕੁਝ ਭਾਸ਼ਾਵਾਂ ਦੀ ਉਦਾਹਰਨ ਆਪਾਂ ਨੂੰ ਦਿੱਤੀ ਹੈ, ਜਿਵੇਂ ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਗੁਜਰਾਤ ਵਿੱਚ ਗੁਜਰਾਤੀ, ਕਸ਼ਮੀਰ ਵਿੱਚ ਡੋਗਰੀ, ਰਾਜਸਥਾਨ ਵਿੱਚ ਹਿੰਦੀ, ਮਹਾਰਾਸ਼ਟਰ ਵਿੱਚ ਮਰਾਠੀ, ਅਸਾਮ ਵਿੱਚ ਅਸਮੀ, ਕੇਰਲ ਦੇ ਵਿੱਚ ਮਲਿਆਲਮ। ਇਸ ਤਰ੍ਹਾਂ ਨਾਲ ਵੀ ਮਤਲਬ ਵੱਖ-ਵੱਖ ਰਾਜਾਂ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਜਿਹੜੀਆਂ ਬੋਲੀਆਂ ਜਾਂਦੀਆਂ। ਉਸ ਤੋਂ ਬਾਅਦ ਭਾਸ਼ਾ ਦੇ ਕੁਝ ਰੂਪ ਸਾਨੂੰ ਹੋਰ ਸਾਂਝੇ ਕੀਤੇ ਆ ਕਿ ਮਾਤ ਭਾਸ਼ਾ ਜਾਂ ਮਾਂ ਬੋਲੀ ਕੀ ਹੁੰਦੀ ਹੈ। ਮਾਂ ਬੋਲੀ ਬੇਟਾ ਨਾਮ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਜਿਹੜੀ ਬੱਚਾ ਆਪਣੀ ਮਾਂ ਕੋਲੋਂ ਭਾਸ਼ਾ ਸਿੱਖਦਾ ਹੈ, ਜੋ ਵੀ ਭਾਸ਼ਾ ਅਸੀਂ ਆਪਣੀ ਮਾਂ ਕੋਲੋਂ ਜਾਂ ਆਪਣੇ ਪਰਿਵਾਰ 'ਚੋਂ ਸਿੱਖਦੇ ਹਾਂ ਉਹਨੂੰ ਕੀ ਕਹਿੰਦੇ ਅਸੀਂ? ਮਾਂ ਬੋਲੀ। ਤਾਂ ਅੱਜ ਕੱਲ੍ਹ ਅਸੀਂ ਆਪਣੇ ਪਰਿਵਾਰ ਦੇ ਵਿੱਚੋਂ ਕਿਹੜੀ ਭਾਸ਼ਾ ਸਿੱਖਦੇ ਹਾਂ ਬੇਟਾ? ਸਾਡੇ ਮਾਂ ਪਿਓ ਜਾਂ ਸਾਡੇ ਦਾਦਾ ਦਾਦੀ ਜਾਂ ਸਾਡੇ ਰਿਸ਼ਤੇਦਾਰ ਸਕੇ ਸੰਬੰਧੀ ਕਿਹੜੀ ਭਾਸ਼ਾ ਦੀ ਵਰਤੋਂ ਕਰਦੇ ਆ? ਪੰਜਾਬੀ ਦੀ ਵਰਤੋਂ ਕਰਦੇ ਆ। ਇਸ ਕਰਕੇ ਪੰਜਾਬੀ ਨੂੰ ਸਾਡੀ ਮਾਂ ਭਾਸ਼ਾ ਜਾਂ ਮਾਂ ਬੋਲੀ ਕਿਹਾ ਜਾਂਦਾ, ਠੀਕ ਹੈ। ਕੋਈ ਵੀ ਭਾਸ਼ਾ ਬੇਟਾ ਬੱਚਾ ਜੋ ਆਪਣੀ ਮਾਂ ਕੋਲੋਂ ਜਾਂ ਆਪਣੇ ਪਰਿਵਾਰ ਕੋਲੋਂ ਸਿੱਖਦਾ ਉਹਨੂੰ ਉਸਦੀ ਉਹ ਮਾਂ ਬੋਲੀ ਹੁੰਦੀ ਹੈ। ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਅਸੀਂ ਜਾਈਏ, ਉੱਥੋਂ ਦੇ ਬੱਚੇ ਆ ਜਿਹੜੇ ਉਹਨਾਂ ਦੇ ਪੇਰੈਂਟਸ ਹੈ ਉਹ ਅੰਗਰੇਜ਼ੀ ਬੋਲਦੇ ਆ, ਤਾਂ ਉਹਨਾਂ ਦੀ ਮਾਂ ਭਾਸ਼ਾ ਕੀ ਹੈ? ਅੰਗਰੇਜ਼ੀ ਹੈ।
ਤਾਂ ਆਪਾਂ ਪੰਜਾਬੀ ਬੋਲਦੇ ਤਾਂ ਆਪਣੀ ਮਾਂ ਭਾਸ਼ਾ ਕੀ ਹੈ, ਪੰਜਾਬੀ ਹੈ। ਤਾਂ ਮਾਂ ਬੋਲੀ ਦਾ ਅਰਥ ਹੈ ਜਿਹੜੀ ਭਾਸ਼ਾ ਬੱਚਾ ਜਨਮ ਲੈਣ ਤੋਂ ਬਾਅਦ ਆਪਣੀ ਮਾਂ ਕੋਲੋਂ ਜਾਂ ਪਰਿਵਾਰ ਕੋਲੋਂ ਸਿੱਖਦਾ ਹੈ ਜਾਂ ਆਲੇ ਦੁਆਲੇ ਤੋਂ ਸਿੱਖਦਾ, ਉਹਨੂੰ ਉੱਥੋਂ ਦੀ ਮਾਂ ਬੋਲੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਸਾਡੀਆਂ ਭਾਸ਼ਾਵਾਂ ਬਾਰੇ ਗੱਲ ਕੀਤੀ ਹੈ। ਜਿਵੇਂ ਮੈਂ ਤੈਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਸਾਡੇ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ। ਉਹ 22 ਭਾਸ਼ਾਵਾਂ ਕਿਹੜੀਆਂ ਕਿਹੜੀਆਂ ਹਨ, ਉਹਨਾਂ ਦੇ ਨਾਮ ਤੁਹਾਨੂੰ ਹੇਠਾਂ ਦਿੱਤੇ ਗਏ ਹਨ, ਤੁਸੀਂ ਪੜ੍ਹ ਵੀ ਸਕਦੇ ਹੋ, ਪਰ ਮੈਂ ਤੁਹਾਨੂੰ ਇੱਕ ਵਾਰੀ ਦੱਸ ਵੀ ਦਿੰਦੀ ਹਾਂ। ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ, ਮਲਿਆਲਮ, ਕੰਨੜ, ਤੇਲਗੂ, ਤਾਮਿਲ, ਕਸ਼ਮੀਰੀ, ਅਸਾਮੀ, ਉੜੀਆ, ਬੰਗਾਲੀ, ਮਰਾਠੀ, ਗੁਜਰਾਤੀ, ਕੋਕਣੀ, ਮਣੀਪੁਰੀ, ਸਿੰਧੀ, ਨੇਪਾਲੀ, ਡੋਗਰੀ, ਬੋਡੋ, ਮੈਥਿਲੀ ਅਤੇ ਸੰਥਲੀ। ਇਹ 22 ਭਾਸ਼ਾਵਾਂ ਜਿਹੜੀਆਂ ਇਹਨਾਂ ਨੂੰ ਸਾਡੇ ਸੰਵਿਧਾਨ ਦੇ ਵਿੱਚ ਮਤਲਬ ਕਿ ਮਾਨਤਾ ਪ੍ਰਾਪਤ ਹੈ। ਜਿਨ੍ਹਾਂ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ, ਪਰ ਉਹਨਾਂ ਨੂੰ ਮਾਨਤਾ ਨਹੀਂ ਮਿਲੀ ਹੋਈ। ਇਹ 22 ਭਾਸ਼ਾਵਾਂ ਜਿਹੜੀਆਂ ਜਿਨ੍ਹਾਂ ਨੂੰ ਮਾਨਤਾ ਮਿਲੀ ਹੋਈ ਹੈ। ਮਾਨਤਾ ਮਤਲਬ ਹੁੰਦਾ ਬੇਟਾ ਕਿ ਅਪਰੂਵਡ ਨੇ, ਉਹ ਸਾਡੇ ਕੌਨਸਟੀਟਿਊਸ਼ਨ ਦੇ ਦੁਆਰਾ ਅਪਰੂਵ ਕੀਤੀਆਂ ਗਈਆਂ ਨੇ। ਕਲੀਅਰ। ਉਸ ਤੋਂ ਬਾਅਦ ਗੱਲ ਕਰਦੇ ਹਾਂ ਬੇਟਾ ਅੰਤਰਰਾਸ਼ਟਰੀ ਭਾਸ਼ਾ ਦੀ। ਅੰਤਰਰਾਸ਼ਟਰੀ ਭਾਸ਼ਾ ਕਿਹੜੀ ਭਾਸ਼ਾ ਹੁੰਦੀ ਹੈ? ਉਹ ਭਾਸ਼ਾ ਜਿਹੜੀ ਕਿ ਵੱਖ-ਵੱਖ ਦੇਸ਼ਾਂ ਦੇ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਵਰਤਦੇ ਆ, ਉਹਨੂੰ ਆਪਣੇ ਵਿਚਾਰ ਉਸ ਦੇ ਰਾਹੀਂ ਇੱਕ ਦੂਜੇ ਨਾਲ ਸਾਂਝੇ ਕਰਦੇ ਆ। ਤਾਂ ਉਹ ਕਿਹੜੀ ਭਾਸ਼ਾ ਹੈ? ਅੰਗਰੇਜ਼ੀ। ਅੰਗਰੇਜ਼ੀ ਹੈ ਜਿਹੜੀ ਸਾਡੇ ਆਲ ਓਵਰ ਵਰਲਡ ਦੇ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਅੰਗਰੇਜ਼ੀ ਹੈ। ਹੁਣ ਬਾਹਰ ਜਾਣ ਲਈ ਬੱਚੇ ਆਈਲੈਟਸ ਕਿਉਂ ਕਰਦੇ ਆ? ਕਿਉਂਕਿ ਬਾਹਰ ਸਾਡੀ ਭਾਸ਼ਾ ਜਿਹੜੀ ਪੰਜਾਬੀ ਉਹਨੂੰ ਕੋਈ ਸਮਝਦਾ ਨਹੀਂ, ਅਤੇ ਅਸੀਂ ਆਪਣੀ ਗੱਲ ਹੈ ਦੂਜੇ ਤੱਕ ਕਿਸ ਤਰੀਕੇ ਨਾਲ ਪਹੁੰਚਾਵਾਂਗੇ ਜੇ ਸਾਨੂੰ ਅੰਗਰੇਜ਼ੀ ਆਉਂਦੀ ਹੋਊਗੀ। ਤਾਂ ਇਸ ਕਰਕੇ ਅੰਗਰੇਜ਼ੀ ਕੀ ਹੈ? ਇੱਕ ਅੰਤਰਰਾਸ਼ਟਰੀ ਭਾਸ਼ਾ ਹੈ ਜਿਹਨੂੰ ਵੱਖ-ਵੱਖ ਦੇਸ਼ਾਂ ਦੇ ਬਹੁਤ ਸਾਰੇ ਲੋਕ ਹੈ ਜਿਹੜੇ ਆਪਣੇ ਵਿਚਾਰ ਸਾਂਝੇ ਕਰਨ ਲਈ ਵਰਤਦੇ ਆ। ਇਸ ਕਰਕੇ ਇਹ ਕੀ ਹੈ? ਅੰਤਰਰਾਸ਼ਟਰੀ ਭਾਸ਼ਾ। ਅੰਤਰਰਾਸ਼ਟਰੀ ਭਾਸ਼ਾ ਬੇਟਾ ਹੁੰਦੀ ਉਹ ਹੈ ਜਿਹਨੂੰ ਸਾਰੇ ਮਤਲਬ ਰਾਸ਼ਟਰਾਂ ਦੇ ਵੱਧ ਤੋਂ ਵੱਧ ਲੋਕ ਵਰਤਦੇ ਹੋਣ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ। ਠੀਕ ਹੈ। ਤਾਂ ਇਸ ਸਮੇਂ ਸਾਡੇ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ? ਅੰਗਰੇਜ਼ੀ। ਕਲੀਅਰ ਬੇਟਾ? ਇੱਥੋਂ ਤੱਕ ਭਾਸ਼ਾ ਬਾਰੇ ਸਾਰਿਆਂ ਬੱਚਿਆਂ ਨੂੰ ਪਤਾ ਲੱਗ ਗਿਆ ਹੋਏਗਾ ਕਿ ਭਾਸ਼ਾ ਕੀ ਹੁੰਦੀ ਹੈ, ਜਿਸ ਰਾਹੀਂ ਅਸੀਂ ਆਪਣੇ ਮਨ ਦੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦੇ ਹਾਂ। ਭਾਸ਼ਾ ਦੇ 2 ਰੂਪ ਦੱਸੇ ਗਏ ਹੈ, ਮੌਖਿਕ ਅਤੇ ਲਿਖਤੀ। ਉਸ ਤੋਂ ਬਾਅਦ ਭਾਰਤ ਵਿੱਚ ਬੋਲੀਆਂ ਜਾਣ ਵਾਲੀਆਂ ਵੱਖ-ਵੱਖ ਭਾਸ਼ਾਵਾਂ ਬਾਰੇ ਗੱਲ ਕੀਤੀ ਗਈ ਹੈ ਕਿ 22 ਭਾਸ਼ਾਵਾਂ ਜਿਹੜੀਆਂ ਵੱਖ-ਵੱਖ ਰਾਜਾਂ ਦੇ ਵਿੱਚ ਬੋਲੀਆਂ ਜਾਂਦੀਆਂ। ਉਸ ਤੋਂ ਬਾਅਦ ਮਾਂ ਬੋਲੀ ਦੀ ਗੱਲ ਕੀਤੀ ਗਈ ਹੈ। ਮਾਂ ਬੋਲੀ ਬੱਚਾ ਜਿਹੜੀ ਆਪਣੀ ਮਾਂ ਕੋਲੋਂ ਸਿੱਖਦਾ ਹੈ। ਠੀਕ ਹੈ। ਸਾਡੀਆਂ ਭਾਸ਼ਾਵਾਂ 22 ਨੇ ਅਤੇ ਅੰਤਰਰਾਸ਼ਟਰੀ ਭਾਸ਼ਾ ਸਾਡੀ ਕਿਹੜੀ ਹੈ? ਅੰਗਰੇਜ਼ੀ। ਤਾਂ ਇਸ ਤੋਂ ਬਾਅਦ ਗੱਲ ਕਰਦੇ ਹਾਂ ਬੇਟਾ ਵਿਆਕਰਨ ਦੀ। ਕੋਈ ਵੀ ਭਾਸ਼ਾ ਜਿਹੜੀ ਉਹਨੂੰ ਸ਼ੁੱਧ ਰੂਪ ਦੇ ਵਿੱਚ ਲਿਖਣ ਲਈ ਅਤੇ ਪੜ੍ਹਨ ਲਈ ਕਿਹਦੀ ਵਿਆਕਰਨ ਦੀ ਲੋੜ ਬਹੁਤ ਜ਼ਰੂਰੀ ਹੈ। ਵਿਆਕਰਨ ਦੇ ਵਿੱਚ ਕੀ ਹੁੰਦਾ? ਨਿਯਮ ਹੁੰਦੇ ਆ ਬੇਟਾ। ਜਿਸ ਤਰ੍ਹਾਂ ਅਸੀਂ ਕਿਤੇ ਵੀ ਜਾਂਦੇ ਹਾਂ ਉੱਥੇ ਅਸੀਂ ਮਤਲਬ ਨਿਯਮਾਂ ਦਾ ਪਾਲਣ ਸਾਨੂੰ ਕਰਨਾ ਪੈਂਦਾ। ਕਿਤੇ ਗੁਰੂ ਘਰ ਚਲੇ ਜਾਓ, ਉੱਥੋਂ ਦੇ ਅੱਡ ਕੋਈ ਰੂਲ ਰੈਗੂਲੇਸ਼ਨ ਹੈ। ਤੁਸੀਂ ਸਕੂਲ ਆਉਂਦੇ ਆ, ਉਹਦੇ ਆਪਣੇ ਕੋਈ ਰੂਲ ਰੈਗੂਲੇਸ਼ਨ ਹੈ, ਉੱਥੇ ਨਿਯਮ ਹੈ। ਦੇਖੋ ਸਕੂਲ ਦੇ ਵਿੱਚ ਆ ਕੇ ਤੁਹਾਨੂੰ ਕਿੰਨੇ ਨਿਯਮਾਂ ਦਾ ਪਾਲਣ ਕਰਨਾ ਪੈਂਦਾ। ਕਲਾਸ ਦੇ ਵਿੱਚ ਜਦੋਂ ਤੁਸੀਂ ਆਉਣਾ ਹੈ ਤੁਸੀਂ ਟੀਚਰ ਨੂੰ ਪੁੱਛ ਕੇ ਆਉਂਦੇ ਹੋ। ਜਦੋਂ ਤੁਸੀਂ ਈਵਨ ਕਿ ਜ਼ੂਮ ਸੈਸ਼ਨ ਜਦੋਂ ਤੁਸੀਂ ਅਟੈਂਡ ਕਰਦੇ ਹੋ ਉਹਦੇ ਵਿੱਚ ਵੀ ਆਪਾਂ ਕੁਛ ਰੂਲਸ ਐਂਡ ਰੈਗੂਲੇਸ਼ਨਸ ਦੱਸੇ ਹੋਏ ਹੈ ਕਿ ਬੇਟਾ ਤੁਸੀਂ ਜਦੋਂ ਮਤਲਬ ਕੁਛ ਪੁੱਛਣਾ ਹੈਂਡ ਰੇਜ਼ ਕਰਨਾ ਹੈ। ਠੀਕ ਹੈ। ਉਸ ਤੋਂ ਬਾਅਦ ਆਪਣਾ ਮਾਈਕ ਮਿਊਟ ਰੱਖਣਾ ਹੈ। ਠੀਕ ਹੈ। ਇਸ ਤਰ੍ਹਾਂ ਨਾਲ ਜਿਹੜੇ ਨਿਯਮ ਹੁੰਦੇ ਆ ਬੇਟਾ ਉਹਨਾਂ ਤੋਂ ਬਿਨਾਂ ਕੋਈ ਵੀ ਗੱਡੀ ਨਹੀਂ ਚੱਲਦੀ। ਨਿਯਮਾਂ ਤੋਂ ਬਿਨਾਂ ਕੋਈ ਕੰਮ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਹੋ ਸਕਦਾ। ਹਰ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਲਈ ਨਿਯਮ ਬਣਾਉਣੇ ਪੈਂਦੇ ਆ। ਇਸੇ ਤਰ੍ਹਾਂ ਸਾਡੀ ਜਿਹੜੀ ਭਾਸ਼ਾ ਹੈ ਉਹਨੂੰ ਸ਼ੁੱਧ ਰੂਪ ਵਿੱਚ ਸਹੀ ਰੂਪ ਵਿੱਚ ਲਿਖਣ ਅਤੇ ਪੜ੍ਹਨ ਲਈ ਕੁਝ ਨਿਯਮ ਬਣਾਏ ਗਏ ਹੈ। ਉਹਨਾਂ ਨਿਯਮਾਂ ਨੂੰ ਹੀ ਅਸੀਂ ਕੀ ਕਹਿੰਦੇ ਹਾਂ? ਵਿਆਕਰਨ ਕਹਿੰਦੇ ਹਾਂ। ਜਿਵੇਂ ਹਰ ਕੰਮ ਦੇ ਕੋਈ ਨਿਯਮ ਹੁੰਦੇ ਆ, ਭਾਸ਼ਾ ਦੇ ਵੀ ਆਪਣੇ ਨਿਯਮ ਹੈ। ਉਹਨਾਂ ਨਿਯਮਾਂ ਨੂੰ ਅਸੀਂ ਕੀ ਕਹਿੰਦੇ ਹਾਂ? ਵਿਆਕਰਨ ਕਹਿੰਦੇ ਹਾਂ। ਉਸ ਤੋਂ ਬਾਅਦ ਵਿਆਕਰਨ ਦੇ ਭਾਗਾਂ ਦੀ ਗੱਲ ਕੀਤੀ ਗਈ ਹੈ ਕਿ ਵਿਆਕਰਨ ਦੇ ਵਿੱਚ ਕਿਹਦੇ ਨਾਲ ਸੰਬੰਧਿਤ ਨਿਯਮ ਬਣਾਏ ਜਾਂਦੇ ਹੈ, ਭਾਗ ਕਿਹੜੇ-ਕਿਹੜੇ ਹੈ। ਸਭ ਤੋਂ ਪਹਿਲਾਂ ਅੱਖਰ ਬੋਧ ਜਾਂ ਵਰਨ ਬੋਧ। ਅੱਖਰ ਬੋਧ ਜਾਂ ਵਰਨ ਬੋਧ ਦੇ ਵਿੱਚ ਕੀ ਹੁੰਦਾ ਹੈ ਕਿ ਇਸ ਭਾਗ ਵਿੱਚ ਸਾਨੂੰ ਅੱਖਰਾਂ ਬਾਰੇ, ਲਗਾਂ ਅਤੇ ਲਗਾ ਅੱਖਰਾਂ ਬਾਰੇ ਜਿਹੜੀ ਜਾਣਕਾਰੀ ਉਹ ਦਿੱਤੀ ਜਾਂਦੀ ਹੈ। ਕਿ ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਗੁਰਮੁਖੀ ਵਿੱਚ 41 ਅੱਖਰ ਹਨ, 10 ਲਗਾਂ ਹਨ ਅਤੇ 3 ਲਗਾ ਅੱਖਰ ਹਨ। ਮੈਂ ਤੁਹਾਨੂੰ ਜ਼ੂਮ ਸੈਸ਼ਨ ਦੇ ਵਿੱਚ ਵੀ ਕਰਵਾਏ ਸੀ ਲਗਾਂ ਅਤੇ ਲਗਾ ਅੱਖਰ। ਵਿਆਕਰਨ ਦਾ ਇਹ ਵੀ ਇੱਕ ਭਾਗ ਹੈ ਜਿਹਦੇ ਵਿੱਚ ਅਸੀਂ ਅੱਖਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਕੋਈ ਵੀ ਭਾਸ਼ਾ ਲਿਖਣ ਤੋਂ ਪਹਿਲਾਂ ਸਾਨੂੰ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਇਹਦੇ ਅੱਖਰ ਕਿਹੜੇ-ਕਿਹੜੇ ਆ, ਕਿਹੜੇ ਅੱਖਰ ਅਸੀਂ ਵਰਤ ਸਕਦੇ ਹਾਂ, ਕਿਹੜੀਆਂ ਲਗਾਂ ਨੇ, ਕਿਹੜੇ ਲਗਾ ਅੱਖਰ ਹੈ। ਤਾਂ ਇਹ ਭਾਗ ਕਿਹੜਾ ਹੁੰਦਾ ਹੈ? ਅੱਖਰ ਬੋਧ ਜਾਂ ਵਰਨ ਬੋਧ। ਉਸ ਤੋਂ ਬਾਅਦ ਗੱਲ ਹੁੰਦੀ ਹੈ ਸ਼ਬਦ ਬੋਧ ਦੀ। ਸ਼ਬਦ ਬੋਧ ਦੇ ਵਿੱਚ ਕੀ ਹੁੰਦਾ ਬੇਟਾ?
ਵਿਆਕਰਨ ਦੇ ਇਸ ਭਾਗ ਦੇ ਵਿੱਚ ਅੱਖਰਾਂ ਤੋਂ ਸ਼ਬਦ ਕਿਵੇਂ ਬਣਾਉਣਾ ਹੈ, ਅੱਖਰਾਂ ਨੂੰ ਲਗਾ ਤੇ ਲਗਾ ਅੱਖਰਾਂ ਨੂੰ ਜੋੜ ਕੇ ਉਹਨਾਂ ਤੋਂ ਕਿਵੇਂ ਸ਼ਬਦ ਬਣਾਉਣਾ ਹੈ, ਕਿਵੇਂ ਸ਼ਬਦ ਬਣਦਾ ਹੈ, ਉਹਦੇ ਜੋੜਨ ਬਾਰੇ, ਕਿਵੇਂ ਸ਼ਬਦ ਦੀ ਕਿਸਮ ਕਿਹੜੀ ਹੈ, ਉਹ ਸਾਰਾ ਕੁਛ ਸਾਨੂੰ ਕੌਣ ਦੱਸਦਾ ਹੈ, ਸ਼ਬਦ ਬੋਧ। ਸ਼ਬਦ ਬੋਧ ਦੇ ਅਧੀਨ ਅਸੀਂ ਕਿਹੜੀ ਚੀਜ਼ ਦੀ ਮਤਲਬ ਜਾਣਕਾਰੀ ਲੈਂਦੇ ਹਾਂ ਕਿ ਸ਼ਬਦ ਬਣਦਾ ਕਿਵੇਂ ਹੈ, ਸ਼ਬਦਾਂ ਦੀ ਵੰਡ ਕਿਵੇਂ ਕਿਵੇਂ ਹੁੰਦੀ ਹੈ, ਸ਼ਬਦ ਦਾ ਰੂਪ ਕਿਵੇਂ ਬਦਲ ਜਾਂਦਾ ਹੈ। ਪਹਿਲਾਂ ਸ਼ਬਦ ਬਣਾਉਣਾ, ਅੱਖਰਾਂ ਨੂੰ ਲਗਾ ਤੇ ਲਗਾ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਇਆ ਜਾਂਦਾ ਹੈ। ਫਿਰ ਸ਼ਬਦਾਂ ਦੀ ਵੰਡ ਕੀਤੀ ਜਾਂਦੀ ਹੈ ਵੀ ਕਿਹੜੇ ਸ਼ਬਦ ਸਾਰਥਕ ਹੈ, ਕਿਹੜੇ ਨਿਰਾਰਥਕ ਹੈ, ਕਿਹਦਾ ਅਰਥ ਨਿਕਲਦਾ, ਕਿਹਦਾ ਅਰਥ ਨਹੀਂ ਨਿਕਲਦਾ, ਕਿਹੜੇ ਸ਼ਬਦ ਨਾਮ ਹੈ, ਕਿਹੜੇ ਪੜਨਾਮ ਹੈ, ਕਿਰਿਆ ਵਿਸ਼ੇਸ਼ਣ, ਇਹ ਸਾਰੇ ਸ਼ਬਦਾਂ ਦੇ ਵੰਡ ਕੀਤੀ ਹੋਈ ਹੈ। ਇਹ ਸਾਰਾ ਕੁਛ ਅਸੀਂ ਕਿਹਦੇ ਵਿੱਚ ਸਮਝਦੇ ਹਾਂ, ਸ਼ਬਦ ਬੋਧ ਦੇ ਵਿੱਚ। ਤਾਂ ਉਸ ਤੋਂ ਬਾਅਦ ਗੱਲ ਹੁੰਦੀ ਹੈ ਵਾਕ ਬੋਧ ਦੀ। ਵਾਕ ਬੋਧ ਵਿੱਚ ਕਿਹਦੇ ਸੰਬੰਧੀ ਜਾਣਕਾਰੀ ਪ੍ਰਾਪਤ ਕਰਦੇ ਹਾਂ, ਅਸੀਂ ਪੂਰੇ ਵਾਕ ਦੇ ਸੰਬੰਧੀ। ਦੇਖੋ ਬੇਟਾ, ਅਸੀਂ ਗੱਲ ਕਿੱਥੋਂ ਸ਼ੁਰੂ ਕੀਤੀ, ਅੱਖਰ ਤੋਂ। ਅੱਖਰਾਂ ਤੋਂ ਬਾਅਦ ਉਦੋਂ ਵੱਡੀ ਇਕਾਈ ਕੀ ਆਈ, ਸ਼ਬਦ ਆਈ। ਸ਼ਬਦਾਂ ਬਾਰੇ ਪਤਾ ਲੱਗਿਆ। ਸ਼ਬਦਾਂ ਤੋਂ ਫਿਰ ਕੀ ਬਣਾਏ, ਅਸੀਂ ਵਾਕ ਬਣਾਉਣੇ ਸਿੱਖੇ। ਵਾਕ ਦੇ ਵਿੱਚ ਅਸੀਂ ਕੀ ਸਿੱਖਦੇ ਹਾਂ ਕਿ ਵਾਕ ਹੈ ਜਿਹੜਾ, ਉਹਦੇ ਵਿੱਚ ਕਰਤਾ ਕਿੱਥੇ ਲੱਗਦਾ, ਕਰਮ ਕਿੱਥੇ ਲੱਗਦਾ, ਕਿਰਿਆ ਕਿੱਥੇ ਲੱਗਦੀ ਹੈ, ਸਾਰਾ ਕੁਛ ਵਾਕ ਦੀ ਬਣਤਰ ਦੇ ਵਿੱਚ ਅਸੀਂ ਸਿੱਖਦੇ ਹਾਂ। ਉਸ ਤੋਂ ਬਾਅਦ ਫਿਰ ਅਸੀਂ ਵਾਕਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਇਹ ਹਾਂ ਵਾਚਕ ਵਾਕ ਹੈ, ਨਾ ਵਾਚਕ ਹੈ, ਕਿ ਪ੍ਰਸ਼ਨਵਾਚਕ ਵਾਕ ਹੈ। ਇਹ ਸਾਰਾ ਕੁਛ ਆਪਾਂ ਵਾਕ ਬੋਧ ਦੇ ਅੰਦਰ ਪੜ੍ਹਦੇ ਹਾਂ। ਇਸ ਤੋਂ ਬਾਅਦ ਵਾਕ ਵਟਾਂਦਰਾ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਕਿੱਥੇ ਵਿਸ਼ਰਾਮ ਚਿੰਨ੍ਹ ਲਾਉਣਾ, ਇਹ ਸਾਰੀ ਜਾਣਕਾਰੀ ਸਾਨੂੰ ਵਾਕ ਬੋਧ ਦਿੰਦਾ ਹੈ। ਇਸ ਤਰ੍ਹਾਂ ਬੇਟਾ ਆਪਾਂ ਕੀ ਪੜ੍ਹਿਆ, ਸਭ ਤੋਂ ਪਹਿਲਾਂ ਵਿਆਕਰਨ ਕੀ ਹੁੰਦਾ ਹੈ, ਭਾਸ਼ਾ ਦੀ ਵਰਤੋਂ ਦੇ ਜਿਹੜੇ ਨਿਯਮ ਹੈ ਉਹਨਾਂ ਨੂੰ ਵਿਆਕਰਨ ਕਿਹਾ ਜਾਂਦਾ ਹੈ। ਵਿਆਕਰਨ ਦੇ ਭਾਗ ਕਿਹੜੇ ਕਿਹੜੇ ਹਨ, ਅੱਖਰ ਬੋਧ, ਸ਼ਬਦ ਬੋਧ ਅਤੇ ਵਾਕ ਬੋਧ। ਇਸ ਤਰ੍ਹਾਂ ਨਾਲ ਇਹ ਪਾਠ ਤੁਸੀਂ ਹੈ ਜਿਹੜਾ ਪੜ੍ਹ ਲੈਣਾ ਹੈ। ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਏਗੀ। ਉਸ ਤੋਂ ਬਾਅਦ ਬੇਟਾ ਪਾਠ ਦੇ ਅਭਿਆਸ ਦੇ ਪ੍ਰਸ਼ਨ ਜਿਹੜੇ ਆਪਾਂ ਹੱਲ ਕਰਨੇ ਹੈ। ਸਭ ਤੋਂ ਪਹਿਲਾਂ ਖਾਲੀ ਥਾਵਾਂ ਭਰਨੀਆਂ ਨੇ। ਬੋਲੀ ਰਾਹੀਂ ਅਸੀਂ ਆਪਣੇ ਡੈਸ਼ ਨੂੰ ਪ੍ਰਗਟ ਕਰਦੇ ਹਾਂ, ਆਪਣੇ ਕਿਹਨੂੰ, ਵਿਚਾਰਾਂ ਨੂੰ ਪ੍ਰਗਟ ਕਰਦੇ ਹਾਂ। ਇੱਥੇ ਕੀ ਲਿਖਾਂਗੇ ਆਪਾਂ, ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਾਂ। ਅੱਗੇ ਬੋਲੀ ਦੀਆਂ ਦੋ ਕਿਸਮਾਂ ਡੈਸ਼ ਅਤੇ ਡੈਸ਼ ਹੁੰਦੀਆਂ ਹਨ। ਇੱਥੇ ਤੁਸੀਂ ਲਿਖੋਗੇ ਮੌਖਿਕ ਅਤੇ ਲਿਖਤੀ, ਮੌਖਿਕ ਅਤੇ ਲਿਖਤੀ ਹੁੰਦੀਆਂ ਹਨ। ਅੱਗੇ ਪੰਜਾਬ ਦੀ ਰਾਜ ਭਾਸ਼ਾ ਡੈਸ਼ ਹੈ, ਕੀ ਲਿਖਾਂਗੇ, ਪੰਜਾਬੀ ਹੈ। ਪੰਜਾਬ ਦੀ ਰਾਜ ਭਾਸ਼ਾ ਕੀ ਹੈ ਬੇਟਾ, ਪੰਜਾਬੀ ਹੈ। ਉਸ ਤੋਂ ਅਗਲਾ ਪ੍ਰਸ਼ਨ ਹੈ ਜੀ, ਵਿਆਕਰਨ ਤੋਂ ਸਾਨੂੰ ਭਾਸ਼ਾ ਦੇ ਡੈਸ਼ ਬਾਰੇ ਜਾਣਕਾਰੀ ਮਿਲਦੀ ਹੈ, ਕਿਹਦੇ ਬਾਰੇ, ਨਿਯਮਾਂ ਬਾਰੇ। ਇੱਥੇ ਕੀ ਲਿਖਾਂਗੇ, ਖਾਲੀ ਥਾਂ ਦੇ ਵਿੱਚ ਆਪਾਂ ਨਿਯਮਾਂ ਬਾਰੇ ਜਾਣਕਾਰੀ ਮਿਲਦੀ ਹੈ। ਉਸ ਤੋਂ ਬਾਅਦ ਹਾਹਾ ਪ੍ਰਸ਼ਨ ਹੈ ਜੀ, ਅੰਤਰਰਾਸ਼ਟਰੀ ਭਾਸ਼ਾ ਡੈਸ਼ ਹੈ, ਕਿਹੜੀ ਹੈ ਅੰਤਰਰਾਸ਼ਟਰੀ ਭਾਸ਼ਾ, ਆਪਾਂ ਪੜ੍ਹਿਆ ਹੀ ਹੈ, ਅੰਗਰੇਜ਼ੀ। ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੈ, ਅੰਗਰੇਜ਼ੀ। ਉਸ ਤੋਂ ਬਾਅਦ ਪ੍ਰਸ਼ਨ ਉੱਤਰ ਆ ਗਏ ਬੇਟਾ। ਦਿੱਤੇ ਹੋਏ ਖਾਲੀ ਥਾਂ ਦੇ ਵਿੱਚ ਇਹਨਾਂ ਪ੍ਰਸ਼ਨਾਂ ਦੇ ਉੱਤਰ ਤੁਸੀਂ ਲਿਖਣੇ ਹੈ। ਸਭ ਤੋਂ ਪਹਿਲਾਂ ਭਾਸ਼ਾ ਦੀ ਪਰਿਭਾਸ਼ਾ ਬਾਰੇ ਗੱਲ ਕਰਨੀ ਹੈ ਕਿ ਭਾਸ਼ਾ ਹੁੰਦੀ ਕੀ ਹੈ। ਭਾਸ਼ਾ ਕਿੱਥੇ, ਸਾਡੇ ਪੇਜ ਨੰਬਰ ਮਤਲਬ 5 'ਤੇ ਸਾਨੂੰ ਦਿੱਤਾ ਗਿਆ ਸੀ। ਇਹ ਯੈਲੋ ਕਲਰ ਦਾ ਜਿਹੜਾ ਬਾਕਸ ਹੈ, ਭਾਸ਼ਾ ਇੱਕ ਅਜਿਹਾ ਸੰਚਾਰ ਦਾ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਭਾਵਾਂ ਅਤੇ ਵਿਚਾਰਾਂ ਨੂੰ ਦੂਜਿਆਂ ਨਾਲ ਸਾਂਝੇ ਕਰਦੇ ਹਾਂ। ਇਸ ਪ੍ਰਸ਼ਨ ਦਾ ਉੱਤਰ ਤੁਸੀਂ ਇਸ ਤਰ੍ਹਾਂ ਨਾਲ ਲਿਖ ਲਓਗੇ। ਉਸ ਤੋਂ ਬਾਅਦ ਮਾਂ ਬੋਲੀ ਕਿਸ ਨੂੰ ਆਖਦੇ ਹਨ, ਇਹ ਆਪਾਂ ਨੂੰ ਦਿੱਤਾ ਗਿਆ ਜੀ। ਮਾਂ ਬੋਲੀ ਪੇਜ ਨੰਬਰ 8 ਦੇ ਉੱਪਰ, ਪੇਜ ਨੰਬਰ 6 ਦੇ ਉੱਪਰ ਲਿਖਿਆ ਗਿਆ, ਮਾਂ ਬੋਲੀ ਜਾਂ ਮਾਤ ਭਾਸ਼ਾ। ਬੱਚਾ ਜਨਮ ਲੈਣ ਤੋਂ ਬਾਅਦ ਜਿਹੜੀ ਭਾਸ਼ਾ ਆਪਣੀ ਮਾਂ, ਪਰਿਵਾਰ ਅਤੇ ਆਲੇ ਦੁਆਲੇ ਤੋਂ ਸਿੱਖਦਾ ਉਹਨੂੰ ਕੀ ਕਹਿੰਦੇ ਅਸੀਂ, ਮਾਂ ਬੋਲੀ ਕਹਿੰਦੇ ਹਾਂ। ਉਸ ਤੋਂ ਬਾਅਦ ਬੇਟਾ ਅਗਲਾ ਪ੍ਰਸ਼ਨ ਹੈ, ਭਾਸ਼ਾ ਦੇ ਕਿੰਨੇ ਰੂਪ ਹੁੰਦੇ ਹਨ। ਇਹ 2 ਰੂਪ ਸਾਨੂੰ ਦੱਸੇ ਗਏ ਹੈ ਕਿ ਭਾਸ਼ਾ ਦੇ ਰੂਪ ਕਿਹੜੇ ਹੈ, ਮੌਖਿਕ ਜਾਂ ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ। ਇਹ ਡਾਇਗਰਾਮ ਬਣਾ ਕੇ ਤੁਹਾਨੂੰ ਜਿਹੜਾ ਦੱਸਿਆ ਗਿਆ, ਇਸ ਤਰ੍ਹਾਂ ਨਾਲ ਵੀ ਤੁਸੀਂ ਬਣਾ ਸਕਦੇ ਹੋ, ਵੈਸੇ ਵੀ ਤੁਸੀਂ ਲਿਖ ਸਕਦੇ ਹੋ ਕਿ 2 ਰੂਪ ਨੇ, ਮੌਖਿਕ ਅਤੇ ਲਿਖਤੀ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਬੇਟਾ, ਵਿਆਕਰਨ ਦਾ ਕੀ ਮਹੱਤਵ ਹੁੰਦਾ ਹੈ। ਵਿਆਕਰਨ ਦੀ ਆਪਾਂ ਬਾਰੇ ਪੜ੍ਹਿਆ ਸੀ ਕਿ ਭਾਸ਼ਾ ਦੇ ਵਰਤੋਂ ਦੇ ਨਿਯਮ ਹੈ ਜਿਹੜੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਵਿਆਕਰਨ ਕਹਿੰਦੇ ਹਾਂ। ਤਾਂ ਹੋ ਗਿਆ ਵਿਆਕਰਨ। ਤਾਂ ਇਹਦਾ ਮਹੱਤਵ ਕੀ ਹੈ ਕਿ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ, ਲਿਖਣ ਅਤੇ ਪੜ੍ਹਨ ਲਈ ਵਿਆਕਰਨ ਦੀ ਲੋੜ ਹੁੰਦੀ ਹੈ। ਇਹਦਾ ਮਹੱਤਵ ਹੈ ਕਿ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ, ਲਿਖਣ ਅਤੇ ਪੜ੍ਹਨ ਲਈ ਸਾਨੂੰ ਕਿਹਦੀ ਲੋੜ ਪੈਂਦੀ ਹੈ, ਵਿਆਕਰਨ ਦੀ। ਇਹ ਵਿਆਕਰਨ ਦੀ ਮਹੱਤਤਾ ਹੈ। ਉਸ ਤੋਂ ਬਾਅਦ ਸ਼ਬਦ ਬੋਧ ਕੀ ਹੁੰਦਾ ਹੈ। ਸ਼ਬਦ ਬੋਧ ਆੜਾ ਭਾਗ ਦੇ ਵਿੱਚ ਸਾਨੂੰ ਦਿੱਤਾ ਗਿਆ ਹੈ, ਪੇਜ ਨੰਬਰ 7 'ਤੇ। ਵਿਆਕਰਨ ਦੇ ਜਿਸ ਭਾਗ ਵਿੱਚ ਸ਼ਬਦ ਬਣਤਰ, ਸ਼ਬਦਾਂ ਦੀ ਵੰਡ ਅਤੇ ਰੂਪਾਂਤਰਨ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਉਹਨੂੰ ਅਸੀਂ ਕੀ ਕਹਿੰਦੇ ਹਾਂ, ਸ਼ਬਦ ਬੋਧ ਕਹਿੰਦੇ ਹਾਂ। ਇਸ ਤਰ੍ਹਾਂ ਨਾਲ ਇਹ ਪ੍ਰਸ਼ਨ ਤੁਸੀਂ ਹੱਲ ਕਰ ਲੈਣੇ ਹਨ। ਉਸ ਤੋਂ ਬਾਅਦ ਹੇਠਾਂ ਕੁਝ ਤਸਵੀਰਾਂ ਦਿੱਤੀਆਂ ਗਈਆਂ ਬੇਟਾ।
ਇਹਦੇ ਵਿੱਚ ਤੁਸੀਂ ਦੱਸਣਾ ਹੈ ਕਿ ਕਿਹੜੀ ਭਾਸ਼ਾ ਦਾ ਰੂਪ ਵਰਤਿਆ ਜਾ ਰਿਹਾ ਹੈ। ਜਿਵੇਂ ਲਿਖਤੀ ਭਾਸ਼ਾ ਅਤੇ ਮੌਖਿਕ ਭਾਸ਼ਾ ਵਿੱਚੋਂ ਕਿਹੜਾ ਰੂਪ ਜਿਹੜਾ ਵਰਤਿਆ ਜਾ ਰਿਹਾ ਹੈ, ਇਹ ਪ੍ਰਸ਼ਨ ਤੁਸੀਂ ਆਪਣੇ ਆਪ ਹੱਲ ਕਰੋਗੇ। 4 ਤਸਵੀਰਾਂ ਨੇ, ਤੁਸੀਂ ਦੱਸਣਾ ਹੈ ਇਹਨਾਂ ਦੇ ਹੇਠਾਂ ਖਾਲੀ ਥਾਂ ਦੇ ਵਿੱਚ ਕਿ ਕਿਹੜੀ ਭਾਸ਼ਾ ਹੈ, ਮੌਖਿਕ ਜਾਂ ਲਿਖਤੀ। ਉਸ ਤੋਂ ਬਾਅਦ ਹੇਠਾਂ ਤੁਹਾਨੂੰ ਕੁਝ ਭਾਸ਼ਾਵਾਂ ਦੀ ਸੂਚੀ ਦਿੱਤੀ ਗਈ ਹੈ, ਉਹਨਾਂ ਨੂੰ ਉਹਨਾਂ ਦੇ ਪ੍ਰਾਂਤਾਂ ਦੇ ਨਾਲ ਮਿਲਾਉਣਾ ਹੈ। ਜਿਵੇਂ ਮਰਾਠੀ ਹੈ ਜਿਹੜੀ ਉਹ ਮਹਾਰਾਸ਼ਟਰ ਦੇ ਵਿੱਚ ਬੋਲੀ ਜਾਂਦੀ ਹੈ। ਗੁਜਰਾਤੀ ਕਿੱਥੇ ਬੋਲੀ ਜਾਂਦੀ ਹੈ? ਗੁਜਰਾਤ ਦੇ ਵਿੱਚ। ਪੰਜਾਬੀ ਬੇਟਾ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈ। ਬੰਗਾਲੀ ਬੰਗਾਲ ਦੇ ਵਿੱਚ ਬੋਲੀ ਜਾਂਦੀ ਹੈ। ਅਸਮੀ ਹੈ ਜਿਹੜੀ ਉਹ ਅਸਾਮ ਦੇ ਵਿੱਚ ਬੋਲੀ ਜਾਂਦੀ ਹੈ। ਮਲਿਆਲਮ ਹੈ ਜਿਹੜੀ ਬੇਟਾ ਉਹ ਕੇਰਲ ਦੇ ਵਿੱਚ ਬੋਲੀ ਜਾਂਦੀ ਹੈ। ਉੜੀਆ ਭਾਸ਼ਾ ਉੜੀਸਾ ਦੇ ਵਿੱਚ ਬੋਲੀ ਜਾਂਦੀ ਹੈ। ਅਤੇ ਡੋਗਰੀ ਭਾਸ਼ਾ ਜਿਹੜੀ ਬੇਟਾ ਉਹ ਜੰਮੂ ਅਤੇ ਕਸ਼ਮੀਰ ਦੇ ਵਿੱਚ ਬੋਲੀ ਜਾਂਦੀ ਹੈ। ਇਸ ਤਰ੍ਹਾਂ ਨਾਲ ਇਹਨਾਂ ਭਾਸ਼ਾਵਾਂ ਨੂੰ ਤੁਸੀਂ ਉਹਨਾਂ ਦੇ ਰਾਜਾਂ ਦੇ ਨਾਲ ਜਾਂ ਉਹਨਾਂ ਦੇ ਪ੍ਰਾਂਤਾਂ ਦੇ ਨਾਲ ਵੀ ਮਿਲਾ ਦੇਣਾ ਹੈ। ਉਸ ਤੋਂ ਬਾਅਦ ਕੁਝ ਵਾਕ ਦਿੱਤੇ ਗਏ ਹਨ, ਇਹਦੇ ਵਿੱਚੋਂ ਵਿਆਕਰਨ ਦੇ ਅਨੁਸਾਰ ਜਿਹੜੇ ਵਾਕ ਸਹੀ ਹਨ ਉਹਨਾਂ ਦੇ ਸਾਹਮਣੇ ਤੁਸੀਂ ਸਹੀ ਦਾ ਨਿਸ਼ਾਨ ਲਗਾਉਣਾ, ਜਿਹੜੇ ਗਲਤ ਹੈ ਉਹਨਾਂ ਸਾਹਮਣੇ ਗਲਤ ਦਾ ਨਿਸ਼ਾਨ ਲਗਾਉਣਾ। ਹੁਣ ਵਿਆਕਰਨ ਕੀ ਹੈ? ਨਿਯਮ ਨੇ, ਉਹਨਾਂ ਨਿਯਮਾਂ ਅਨੁਸਾਰ ਜਿਹੜਾ ਵਾਕ ਸਹੀ ਆ ਉਹਦੇ ਸਾਹਮਣੇ ਸਹੀ ਲਾ ਦਾਂਗੇ ਆਪਾਂ। ਜਿਵੇਂ ਮੋਹਨ ਅੱਜ ਸ਼ਹਿਰ ਗਿਆ ਹੈ, ਠੀਕ ਹੈ ਬੇਟਾ, ਸਹੀ ਹੈ ਪਹਿਲਾ ਵਾਕ। ਅਗਲਾ ਚਿੜੀ ਚੋਗਾ ਚੁਗ ਰਹੀਆਂ ਹਨ, ਨਹੀਂ ਜੀ, ਚਿੜੀ ਚੋਗਾ ਚੁਗ ਰਹੀ ਹੈ ਆਊਗਾ, ਚਿੜੀ ਇੱਕ ਹੈ ਅਤੇ ਰਹੀਆਂ ਹਨ ਨਹੀਂ ਲੱਗਿਆ, ਇਸ ਕਰਕੇ ਦੂਜਾ ਵਾਕ ਕੀ ਹੈ? ਗਲਤ ਹੈ। ਮੁੰਡਾ ਪੜ੍ਹਦੇ ਸੀ, ਮੁੰਡਾ ਪੜ੍ਹਦੇ ਸੀ, ਨਹੀਂ, ਮੁੰਡਾ ਪੜ੍ਹਦਾ ਸੀ ਆਏਗਾ, ਇਹ ਵੀ ਗਲਤ ਹੈ। ਤੀਜਾ ਵਾਕ ਵੀ। ਸੰਤਰਾ ਬਹੁਤ ਮਿੱਠਾ ਹੈ, ਸਹੀ ਹੈ, ਇਹ ਸਹੀ ਹੈ ਬੇਟਾ। ਕੁੜੀਆਂ ਖੇਡ ਰਹੀ ਹੈ, ਨਹੀਂ, ਕੁੜੀਆਂ ਖੇਡ ਰਹੀਆਂ ਹਨ, ਬਹੁਤੀਆਂ ਨੇ, ਤਾਂ ਇਹ ਵੀ ਵਾਕ ਗਲਤ ਆਏਗਾ। ਇਸ ਤਰ੍ਹਾਂ ਨਾਲ ਤੁਸੀਂ ਇਸ ਜਿਹੜੇ ਵਾਕ ਹੈ ਉਹਨਾਂ ਦੇ ਸਾਹਮਣੇ ਸਹੀ ਅਤੇ ਗਲਤ ਦੇ ਨਿਸ਼ਾਨ ਲਗਾ ਲੈਣੇ ਹੈ। ਉਸ ਤੋਂ ਬਾਅਦ ਇਹਦੀ ਕਿਰਿਆਤਮਕ ਵਿਧੀ ਹੈ ਬੇਟਾ। ਕਿਰਿਆਤਮਕ ਵਿਧੀ ਦੇ ਵਿੱਚ ਇਹਨਾਂ ਨੇ ਕੀ ਦੱਸਿਆ ਸਾਨੂੰ ਕਿ ਸਾਰੇ ਭਾਰਤ ਵਿੱਚ ਪ੍ਰਾਂਤਾਂ ਅਨੁਸਾਰ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਸੰਬੰਧੀ ਤੁਸੀਂ ਇੱਕ ਸੁੰਦਰ ਚਾਰਟ ਹੈ ਜਿਹੜਾ ਉਹ ਬਣਾ ਸਕਦੇ ਹੋ। ਤੁਸੀਂ ਇੱਕ ਸੋਹਣਾ ਚਾਰਟ ਬਣਾ ਲੈਣਾ ਹੈ ਆਪਣੀ ਕਲਾਸ ਦੇ ਵਿੱਚ ਲਾਉਣ ਦੇ ਲਈ। ਇੱਕ ਸੁੰਦਰ ਚਾਰਟ ਬਣਾਓਗੇ ਵੱਖ-ਵੱਖ ਪ੍ਰਾਂਤ ਅਤੇ ਉਹਨਾਂ ਦੀਆਂ ਭਾਸ਼ਾਵਾਂ ਦੇ ਨਾਲ ਸੰਬੰਧ ਰੱਖਦਾ ਹੋਇਆ। ਉਮੀਦ ਹੈ ਬੇਟਾ ਤੁਹਾਨੂੰ ਪਾਠ ਸਮਝ ਆ ਗਿਆ ਹੋਵੇਗਾ ਅਤੇ ਤੁਸੀਂ ਇਸੇ ਤਰੀਕੇ ਨਾਲ ਇਹਨੂੰ ਹੱਲ ਕਰੋਗੇ। ਧੰਨਵਾਦ।